ठीक है। अपने को ਜਿਹੜਾ ਇਸ ਤੋਂ ਬਾਅਦ ਵਾਲਾ ਅਗਲਾ ਟੌਪਿਕ ਬਣਦਾ ਉਹਦੇ ਚ ਆਪਾਂ ਇਹ ਕਿਹਾ ਸੀਗਾ ਕਿ if Q1 Q2 product less than 0, ਹੁਣ ਲੈਸ ਦੈਨ 0 ਦਾ ਕੇਸ ਜਿਹੜਾ ਹੋਏਗਾ ਨਾ ਕੂਲਮਸ ਲਾਅ ਦੇ ਅੰਦਰ, ਉਹ ਚ ਸਿਰਫ ਫਰਕ ਇਹ ਹੋਏਗਾ ਕਿ ਵੀ ਇਟਸ ਅ ਕੇਸ ਆਫ ਅਟਰੈਕਸ਼ਨ, ਯਾਨੀ ਜਿਹੜੇ ਆ ਰਿਪਲਸਿਵ ਐਰੋ ਅਸੀਂ ਬਾਹਰ ਨੂੰ ਦਿਖਾਏ ਆ, ਤੇ ਪੁੱਤ ਅਟਰੈਕਸ਼ਨ ਤੇ ਰਿਪਲਸ਼ਨ ਚ ਐਰੋ ਹੈਡ ਦੀ ਡਾਇਰੈਕਸ਼ਨ ਮੈਟਰ ਕਰਦੀ ਆ, ਇਹ ਗੱਲ ਯਾਦ ਰੱਖਿਓ। ਠੀਕ ਹੈ। ਹੁਣ ਜਦੋਂ ਆਪਾਂ ਇਹਨਾਂ ਨੂੰ ਇਹ ਡਿਫਾਈਨ ਕਰਾਂਗੇ ਕਿ ਵੀ ਬੀ ਚਾਰਜ ਨੇ ਏ ਚਾਰਜ ਨੂੰ ਅਟਰੈਕਟ ਕੀਤਾ, ਇਹਦਾ ਮਤਲਬ ਇਹ ਹੋਏਗਾ ਕਿ ਉਦੋਂ ਜਿਹੜੇ ਐਰੋ ਬੰਨੇ ਉਹਦੀ ਡਾਇਰੈਕਸ਼ਨ ਆਪਾਂ ਕਿੱਦਾਂ ਦਿਖਾਣੀ ਆ, ਉਹ ਸਿਰਫ ਧਿਆਨ ਨਾਲ ਇੱਕ ਵਾਰੀ ਸਮਝ ਲਿਓ। ਆਰ ਕੈਪ 12 ਦੀ ਯਾਨੀ R12 ਦੀ ਤੇ R21 ਦੀ ਇਹਦੀ ਡਾਇਰੈਕਸ਼ਨ 'ਚ ਕੋਈ ਫਰਕ ਨਹੀਂ ਪੈਣਾ, ਇਹ ਜਿੱਦਾਂ ਸੀਗੇ ਉਦਾਂ ਹੀ ਰਹਿਣੇ ਆ ਵੈਕਟਰ। ਪਰ ਜਿਹੜੀਆਂ ਦੋ ਫੋਰਸਿਸ ਦੀ ਡਾਇਰੈਕਸ਼ਨ ਨੇ, ਠੀਕ ਹੈ ਨਾ, ਉਹ ਡਾਇਰੈਕਸ਼ਨ ਬਦਲ ਜਾਣੀਆਂ। ਮੈਂ ਇੰਨੀ ਗੱਲ ਇਹਦੇ 'ਚ ਕਹੂੰਗਾ ਔਰ ਇਹਨੂੰ ਦਿਮਾਗ 'ਚ ਰੱਖਿਓ, ਰਿਪਲਸ਼ਨ ਦੇ ਐਰੋ ਜਦੋਂ ਵੀ ਹੋਊਗੇ ਲਾਈਨ ਜੁਆਇਨਿੰਗ ਦਾ ਟੂ ਚਾਰजेस ਤੋਂ ਬਾਹਰ ਦਿਖਾਏ ਜਾਂਦੇ ਹਮੇਸ਼ਾ। ਪਰ ਜਦੋਂ ਵੀ ਮੇਰੇ ਕੋਲ ਦੋ ਚਾਰਜ ਇੱਕ ਦੂਸਰੇ ਨੂੰ ਅਟਰੈਕਟ ਕਰਦੇ ਆ ਤੇ ਅਟਰੈਕਟਿਵ ਐਰੋ ਹਮੇਸ਼ਾ ਵਿਦਿਨ ਦਾ ਲਾਈਨ ਦਿਖਾਏ ਜਾਂਦੇ ਆ। ਇਹ ਸਿੰਬੋਲਿਕ ਰਿਪਰੈਜ਼ੈਂਟੇਸ਼ਨ ਤੁਹਾਨੂੰ ਸਮਝ ਆਣੀ ਚਾਹੀਦੀ ਆ। ਹੁਣ ਜੇ ਏ ਚਾਰਜ ਨੂੰ ਬੀ ਚਾਰਜ ਨੇ ਅਟਰੈਕਟ ਕੀਤਾ ਤੇ ਇਹਦਾ ਮਤਲਬ ਆ ਬੀ ਨੇ ਏ ਨੂੰ ਆਪਣੇ ਵੱਲ ਖਿੱਚਣਾ। ਇਹਦਾ ਮਤਲਬ ਜਿਹੜੀ ਏ ਤੇ ਫੋਰਸ ਲੱਗੇਗੀ, ਜਿਹੜੀ ਏ ਤੇ ਫੋਰਸ ਲੱਗੇਗੀ, ਉਹਦਾ ਐਰੋ ਟੁਵਰਡਸ ਬੀ ਹੋਏਗਾ ਕਿਉਂਕਿ ਬੀ ਉਹਨੂੰ ਖਿੱਚਦਾ ਪਿਆ। ਇਸ ਲਈ ਇਸ ਥਾਂ ਦੇ ਉੱਤੇ ਜੇ ਮੈਂ ਆ ਐਰੋ ਪਾਦਾ ਲਾਈਨ ਜੁਆਇਨਿੰਗ ਦੇ ਉੱਤੇ, ਹੈ ਨਾ, ਤੇ ਇਸ ਫੋਰਸ ਨੂੰ ਮੈਂ ਨਾਮ ਦੇਣਾ ਹੋਵੇ ਤੇ ਇਸ ਫੋਰਸ ਨੂੰ ਅਸੀਂ ਨਾਮ ਲਿਖ ਦਾਂਗੇ ਕਿ ਦਿਸ ਇਜ਼ ਦਾ ਫੋਰਸ ਐਕਟਿੰਗ ਔਨ 1/2, ਯਾਨੀ ਦਿਸ ਇਜ਼ ਦਾ ਫੋਰਸ ਔਨ Q1 ਬਾਈ Q2। ਔਰ ਇਹਦੇ ਅਕੋਰਡਿੰਗਲੀ ਹੁਣ ਫਰਕ ਕਿੱਥੇ ਪੈਣਾ ਡੈਰੀਵੇਸ਼ਨ ਦੇ ਅੰਦਰ, ਕਿ ਜਦੋਂ ਤੁਸੀਂ ਇੱਥੇ ਫੋਰਸ F12 ਲਿਖੋਗੇ ਤੇ ਇਸ ਮੂਵਮੈਂਟ ਤੇ F12 ਵੈਕਟਰ ਦੀ ਡਾਇਰੈਕਸ਼ਨ ਤੇ ਇਧਰੋਂ R12 ਦੀ ਡਾਇਰੈਕਸ਼ਨ, ਇਹ ਦੋਨੋਂ ਸੇਮ ਹੋ ਗਈਆਂ। ਇਹਦਾ ਮਤਲਬ ਹੈ ਰਿਪਲਸ਼ਨ ਵੇਲੇ ਇੱਥੇ ਜਿਹੜਾ ਪੈਰੈਂਥੇਸਿਸ ਨੰਬਰ ਹੈਗਾ, ਪੈਰਾਂ 'ਚ ਨੰਬਰ ਹੈਗਾ, ਤੇ ਜਿਹੜਾ R ਦੇ ਪੈਰਾਂ 'ਚ ਨੰਬਰ ਹੈ, ਇਹ ਰਿਪਲਸ਼ਨ 'ਚ ਡਿਫਰੈਂਸ ਹੈਗਾ। ਠੀਕ ਹੈ। ਪਰ ਜਦੋਂ ਅਟਰੈਕਸ਼ਨ ਦਾ ਕੇਸ ਬਣਨਾ, ਉਦੋਂ ਇਹ ਦੋਨਾਂ ਪੈਰਾਂ ਦੇ ਵਿੱਚ ਨੰਬਰ ਜਿਹੜਾ ਮੇਰੇ ਕੋਲ ਉਹ ਸੇਮ ਪੈ ਜਾਣਾ। ਠੀਕ ਹੈ। ਇਦਾਂ ਹੀ ਜਦੋਂ ਅਸੀਂ ਇਹ ਡਿਫਾਈਨ ਕਰੀਏ ਕਿ ਬੀ ਚਾਰਜ ਨੂੰ ਏ ਚਾਰਜ ਨੇ ਆਪਣੇ ਵੱਲ ਅਟਰੈਕਟਿਵ ਫੋਰਸ ਲਗਾਈ ਆ, ਤੇ ਇਹਦਾ ਮਤਲਬ ਉਹਦਾ ਐਰੋ ਜਿਹੜਾ ਹੋਏਗਾ ਉਹ ਮੇਰੇ ਕੋਲ ਇਸ ਡਾਇਰੈਕਸ਼ਨ 'ਚ ਆ ਜਾਏਗਾ। ਔਰ ਇਸ ਫੋਰਸ ਦਾ ਨਾਮ ਅਸੀਂ F21 ਰੱਖਾਂਗੇ ਤੇ ਇਸ ਡਾਇਰੈਕਸ਼ਨ 'ਚ ਮੇਰਾ R21 ਸਟੈਂਡ ਕਰਦਾ ਪਿਆ। ਇਹਦਾ ਮਤਲਬ ਹੁਣ ਜੇ ਮੈਂ ਇੱਥੇ ਸੈਕਿੰਡ ਚਾਰਜ ਦੇ ਉੱਤੇ ਫੋਰਸ ਕੱਢਣੀ ਹੈ ਨਾ, ਉਦੋਂ F21 ਦੀ ਡਾਇਰੈਕਸ਼ਨ ਤੇ ਇਧਰੋਂ R21 ਦੀ ਡਾਇਰੈਕਸ਼ਨ, ਇਹ ਦੋਨੋਂ ਸੇਮ ਆਣੀਆਂ। ਯਾਨੀ ਅਟਰੈਕਸ਼ਨ ਵੇਲੇ ਆ ਜੇ 21 ਚੱਲਦਾ ਪਿਆ ਤੇ ਇੱਥੇ ਪੈਰਾਂ 'ਚ ਨੰਬਰ ਜਿਹੜਾ ਉਹ 21 ਹੀ ਹੋਏਗਾ। ਠੀਕ ਹੈ। ਯਾਨੀ 12 ਵੇਲੇ 12 ਨਾਲ ਰਿਪਰੈਜ਼ੈਂਟੇਸ਼ਨ ਆ, 21 ਵੇਲੇ 21 ਨਾਲ ਰਿਪਰੈਜ਼ੈਂਟੇਸ਼ਨ ਆ। ਬਾਕੀ ਸਾਰੀ ਡੈਰੀਵੇਸ਼ਨ ਡਿਟੋ ਵਰਡ 'ਚ ਸੇਮ ਆ, ਕੋਈ ਵੀ ਫਰਕ ਨਹੀਂ ਆ। ਆ ਪੈਰੈਂਥੇਸਿਸ ਨੰਬਰ ਜਿਹੜੇ ਨੇ, ਕਿ ਆ ਜੋ ਡਿਫਰੈਂਸ ਆਇਆ ਇਹ ਸਮੇਂ ਲੱਗਿਆ, ਫਿਗਰ 'ਚ ਜੋ ਡਿਫਰੈਂਸ ਹੈਗਾ ਕਿ ਉਹ ਸਮੇਂ ਲੱਗਿਆ ਬੇਟੇ? ਯੈਸ ਸਰ। ਯੈਸ ਸਰ। ਜੇ ਫਿਗਰ ਦੇ ਵਿੱਚ ਐਰੋ ਡਾਇਰੈਕਸ਼ਨਸ ਵਾਲੇ ਜਿਹੜੇ ਨੇ ਉਹ ਸਮਝਣ 'ਚ ਕਿਸੇ ਨੂੰ ਡਾਊਟ ਹੈਗਾ ਤਾਂ ਇੱਕ ਵਾਰੀ ਜ਼ਰੂਰ ਦੱਸ ਦਿਓ ਬੇਟਾ। ਜੇ ਆ ਚੀਜ਼ ਕਲੀਅਰ ਆ ਤੇ ਫਿਰ ਆਪਣਾ ਇਹ ਟੌਪਿਕ ਜਿਹੜਾ ਕੰਪਲੀਟ ਆਪਾਂ ਅੱਗੇ ਕੰਟੀਨਿਊ ਕਰ ਸਕਦੇ ਹਾਂ। ਸਰ ਇੱਕ ਵਾਰੀ ਰਿਪੀਟ ਕਰ। ਉਹ ਤਾਂ ਆਪਾਂ ਇਹ ਕਿਹਾ ਡਾਇਰੈਕਸ਼ਨ ਵਾਲਾ ਸਮਝਾਇਆ। ਨੰਨੇ ਡਾਇਰੈਕਸ਼ਨ ਵਾਲੀ ਗੱਲ ਨਾ ਸਿੱਧੀ ਏਦਾਂ ਸਮਝ ਲਓ ਕਿ ਇੱਕ ਪਾਸੇ ਮੈਂ ਵਾਂ ਤੇ ਦੂਜੇ ਪਾਸੇ ਤੁਸੀਂ ਹੋ। ਠੀਕ ਹੈ ਜੀ। ਜਦੋਂ ਮੇਰੇ ਤੇ ਫੋਰਸ ਲੱਗਣੀ ਆ, ਸਾਹਮਣੇ ਵਾਲੇ ਨੇ ਫੋਰਸ ਮੇਰੇ ਤੇ ਲਗਾਣੀ ਆ ਔਰ ਉਹਨੇ ਅਟਰੈਕਟਿਵ ਫੋਰਸ ਲਗਾਈ ਆ, ਇਹਦਾ ਮਤਲਬ ਮੇਰੇ ਤੇ ਜਿਹੜੀ ਫੋਰਸ ਹੋਏਗੀ ਉਹ ਉਸ ਪਰਸਨ ਵੱਲ ਨੂੰ ਲੱਗੂਗੀ, ਉਹ ਮੈਨੂੰ ਆਪਣੇ ਵੱਲ ਖਿੱਚਦਾ ਪਿਆ ਵਾ। ਇਹਦਾ ਮਤਲਬ ਜੇ Q1 ਚਾਰਜ ਦੇ ਉੱਤੇ ਫੋਰਸ ਲੱਗੀ ਆ ਤੇ Q1 ਚਾਰਜ ਦੇ ਉੱਤੇ ਫੋਰਸ ਲਗਾਈ Q2 ਨੇ ਆ ਤੇ Q2 ਨੇ Q1 ਨੂੰ ਆਪਣੇ ਵੱਲ ਖਿੱਚਿਆ ਵਾ। ਇਹਦਾ ਮਤਲਬ ਹੈ ਜਿਹੜੀ ਫੋਰਸ Q1 ਦੇ ਉੱਤੇ ਲੱਗੇਗੀ ਉਹ ਟੁਵਰਡਸ Q2 ਹੋਊਗੀ। ਹਾਂਜੀ ਸਰ। ਇਸ ਲਈ ਆਪਾਂ ਜਿਹੜੀ A ਚਾਰਜ ਦੇ ਉੱਤੇ ਫੋਰਸ ਲਿਖੀ ਆ, ਫੋਰਸ ਔਨ Q1 ਬਾਈ Q2, ਹਨਾ, ਇਹਦਾ ਐਰੋਹੈਡ ਟੁਵਰਡਸ B ਦਿਖਾਇਆ ਵਾ। ਸਿਮਿਲਰਲੀ ਜਿਹੜੀ ਫੋਰਸ Q2 ਚਾਰਜ ਦੇ ਉੱਤੇ ਲੱਗੀ ਆ ਉਹ Q1 ਨੇ ਲਗਾਈ ਹੈ, ਮਤਲਬ Q1 ਨੂੰ ਆਪਣੇ ਵੱਲ ਖਿੱਚਦਾ ਪਿਆ, ਇਹ ਮਤਲਬ ਹੱਥ ਉੱਪਰ ਨੂੰ ਇਹਦੇ ਵੱਲ ਨੂੰ A ਵੱਲ ਨੂੰ ਆਉਂਦਾ ਪਿਆ, ਇਸ ਲਈ ਫੋਰਸ ਜਿਹੜੀ ਆ ਟੁਵਰਡਸ A ਦਿਖਾਈ ਆ। ਕਲੀਅਰ ਆ? ਯੈਸ ਸਰ। ਚਲ क्या सारे क्लियर है बच्चे कि है किसी ਨੂੰ डाउट? यस सर। ਯੈਸ ਸਰ। क्लियर है सर।
Yes, sir. ਇਹਦੇ ਨਾਲ ਹੀ ਬੇਟਾ ਇੱਕ ਟੌਪਿਕ ਦਾ ਕੁਝ ਪੋਰਸ਼ਨ ਆਪਾਂ ਇਹਦੇ ਚ ਐਡ ਕਰਨ ਲੱਗੇ ਆ, ਠੀਕ ਹੈ। ਨੋਟਸ ਦੇ ਵਿੱਚ ਨਹੀਂ ਭੇਜਿਆ, ਛੋਟਾ ਜਿਹਾ ਪਾਰਟ ਆ, ਇਹਦਾ ਹੀ ਪਹਿਲਾਂ ਸਮਝ ਲਿਓ ਫਿਰ ਮੈਂ ਭੇਜ ਦਾਂਗਾ। ਟੌਪਿਕ ਇਹਦੇ ਤੋਂ ਹੀ ਬਣ ਜਾਂਦਾ ਇੱਕ, ਇਹਦੇ ਤੋਂ ਐਸਾ ਇੱਕ ਟੌਪਿਕ ਕਈ ਵਾਰੀ ਅਸੀਂ ਸ਼ਾਰਟ ਚ ਬਣਾਉਂਦੇ, ਹਾਊ ਵਿਲ ਯੂ ਮੈਥਮੈਟਿਕਲੀ ਪ੍ਰੂਵ दैट ਕਿ ਨਿਊਟਨ ਲਾਅ ਯਾਨੀ ਨਿਊਟਨ ਥਰਡ ਲਾਅ ਵਿਲ ਓਬੇ ਬਾय द ਕੂਲਮਸ ਲਾਅ। ਮਤਲਬ ਕੂਲਮਸ ਲਾਅ ਜਿਹੜਾ ਵਾ ਇਹ ਨਿਊਟਨ ਥਰਡ ਲਾਅ ਨੂੰ ਓਬੇ ਕਰਦਾ। ਨਿਊਟਨ ਥਰਡ ਲਾਅ ਦੇ ਅਕੋਰਡਿੰਗ ਅਸੀਂ ਕੀ ਕਹਿੰਦੇ ਕਿ ਜੇ A B ਦੇ ਉੱਤੇ ਫੋਰਸ ਅਪਲਾਈ ਕਰੇਗਾ ਤੇ B A ਦੇ ਉੱਤੇ ਵੀ ਐਗਜ਼ੈਕਟਲੀ ਉਨੀ ਫੋਰਸ ਲਗਾਏਗਾ ਤੇ ਦੋਨੋਂ ਫੋਰਸਸ ਇਕੁਅਲ ਐਂਡ ਆਪੋਜ਼ਿਟ ਦਿਖਾ ਦੋ। ਯਾਨੀ ਆਪਾਂ ਜੋ ਟੌਪਿਕ ਲੈਣ ਲੱਗੇ ਉਹ ਇਹ ਹੋ ਜਾਏਗਾ, ਜੇ ਕੁਐਸਚਨ ਫਾਰਮ ਚ ਬਣਾ ਦਾਂ, ਹਾਊ ਵਿਲ ਯੂ ਪ੍ਰੂਵ दैट how will you prove that Coulomb's law will obey Newton's third law? कि Coulomb's law Newton third law ਨੂੰ ਪ੍ਰੂਵ ਕਰਦਾ, ਉਹਨੂੰ ਸ਼ੋ ਆਫ ਕਰ ਦੋ। ਆਪਾਂ ਜਿੰਨੀਆਂ ਫਿਗਰ ਬਣਾਈਆਂ, ਠੀਕ ਹੈ ਜੀ, ਉਹਦੀ ਸਿੰਪਲੀਫਾਈਡ ਫਿਗਰ ਆਪਾਂ ਆ ਬਣਾ ਲਈਏ ਕਿ ਜੇ ਮੇਰੇ ਕੋਲ ਦੋ ਚਾਰਜ ਸੀਗੇ A ਔਰ B, A ਚਾਰਜ ਨੂੰ B ਨੇ ਅਟਰੈਕਟ ਕੀਤਾ, ਠੀਕ ਹੈ, ਇਸ ਫੋਰਸ ਦਾ ਨਾਮ ਅਸੀਂ ਲਿਖ ਦਿੱਤਾ F12। B ਚਾਰਜ ਨੂੰ A ਨੇ ਅਟਰੈਕਟ ਕੀਤਾ, ਉਹਦਾ ਨਾਮ ਲਿਖ ਦਿੱਤਾ F21, ਠੀਕ ਹੈ। ਔਰ ਡਿਸਟੈਂਸ ਬਿਟਵੀਨ A to B ਉਹਨਾਂ ਆਪਾਂ ਸਿੰਪਲ R ਨਾਲ ਲਿਖ ਦਿੰਨੇ, R12 ਤੇ R21 ਨਹੀਂ ਲਿਖ ਰਿਹਾ, ਸਿੰਪਲੀ ਆਪਾਂ ਇਹ ਕਹਿ ਰਹੇ A ਤੋਂ B ਤੱਕ ਡਿਸਟੈਂਸ ਕਹੋ ਜਾਂ B ਤੋਂ A ਤੱਕ ਕਹੋ, ਉਹ R ਵਾ। ਇੰਨੀ ਗੱਲ ਕਲੀਅਰ ਆ? जी सर। Yes, sir. यस सर। ਤੇ ਜੇ ਮੈਂ ਯੂਨਿਟ ਵੈਕਟਰ ਦੱਸਨੇ, ਉਹ ਪੁੱਤ ਆਪਣੇ ਦੋ ਸੀਗੇ ਯੂਨਿਟ ਵੈਕਟਰ, r ਕੈਪ 12 ਦੀ ਡਾਇਰੈਕਸ਼ਨ ਫਰਮ 1 to 2, ਠੀਕ ਹੈ, ਔਰ r ਕੈਪ 21 ਦੀ ਡਾਇਰੈਕਸ਼ਨ ਫਰਮ q2 ਤੋਂ q1 ਵੱਲ ਆ ਜਾਏਗੀ। ਔਰ ਇਹਦੇ ਅਕੋਰਡਿੰਗ ਆਪਾਂ ਕਿਹਾ ਸੀਗਾ ਕਿ ਵੀ ਜੇ ਆਪਾਂ ਹੁਣ ਨਿਊਟਨ ਥਰਡ ਲਾਅ ਪ੍ਰੂਵ ਕਰਨਾ ਤੇ ਯੂ ਰਾਈਟ ਦਾ ਟੂ ਫੋਰਸਸ, ਆ ਦੋਨੋਂ ਫੋਰਸਸ ਦੇ ਫਾਰਮੂਲੇ ਦੁਬਾਰਾ ਲਿਖ ਦਿਓ ਜਿਹਦਾ ਆਪਾਂ ਕੂਲਮਸ ਲਾਅ ਚ ਪਿੱਛੇ ਲਿਖੇ ਸੀ। we know that according to Coulomb's law F12 ਦੀ ਵੈਲਿਊ ਲਿਖਣੀ ਹੋਵੇ, F12 ਦੀ ਵੈਲਿਊ ਮੇਰੇ ਕੋਲ ਆ ਜਾਏਗੀ KQ1 Q2 by R square into R cap। ਤੇ ਇਸ ਵੇਲੇ ਕਿਉਂਕਿ ਅਟਰੈਕਸ਼ਨ ਦਾ ਕੇਸ ਬਣਾ ਕੇ ਆਪਾਂ ਦਿਖਾਇਆ, ਠੀਕ ਹੈ ਨਾ, Q1 ਤੇ Q2 ਚਾਰਜ ਦੇ ਵਿੱਚ ਆਪਾਂ ਅਟਰੈਕਸ਼ਨ ਦਿਖਾਈ ਆ, ਤੇ ਅਟਰੈਕਸ਼ਨ ਚ ਹੁਣੀ ਦੱਸ ਕੇ ਹਟਿਆ ਕਿ ਪੈਰਾਂ 'ਚ ਨੰਬਰ ਸੇਮ ਚੱਲਦੇ ਆ, ਇਸ ਲਈ ਜੇ F12 ਲਿਖਿਆ ਤੇ ਇੱਥੇ R ਕੈਪ 12 ਆ ਜੂ। ਇੱਥੇ ਲੋਡ ਨਹੀਂ ਕਿਉਂਕਿ ਆਪਾਂ ਇਹਨੂੰ ਐਸਾ ਚ ਮੈਗਨੀਟਿਊਡ ਦੀ ਫਾਰਮ ਦੇਣੀ ਆ। ਆ F12 ਦੀ ਵੈਲਿਊ ਆ ਜਾਏਗੀ। ਸਿਮਿਲਰਲੀ ਇਦਾਂ ਆਪਾਂ F21 ਵੈਕਟਰ ਕਹਿ ਦਈਏ, ਉਹਦੀ ਵੈਲਿਊ ਆ ਜਾਏਗੀ KQ1 Q2 by R square into R cap 21। क्या आप दोनों स्टेप क्लियर है सारे नु? हाँ जी सर। यस सर। ਹੁਣ ਜੇ ਇਸ ਇਨਸਟੈਂਟ ਤੇ ਕੰਟੀਨਿਊ ਕਰੀਏ ਬੇਟਾ ਤੇ ਆਪਾਂ R cap 12 ਤੇ R cap 21 ਦਾ ਜੇ ਡਿਫਰੈਂਸ ਲੈਣਾ ਹੋਵੇ ਤੇ ਅਸੀਂ ਕਹਿੰਦੇ ਜੀ ਦੋਨੋਂ ਯੂਨਿਟ ਵੈਕਟਰ ਆ, ਯੂਨਿਟ ਵੈਕਟਰ ਦਾ ਮੈਗਨੀਟਿਊਡ ਹਮੇਸ਼ਾ 1 ਵਾ, ਪਰ ਡਾਇਰੈਕਸ਼ਨ ਵਾਈਜ਼ ਆ ਦੋਨੋਂ ਇੱਕ ਦੂਜੇ ਤੋਂ ਆਪੋਜ਼ਿਟ ਆ। ਤੇ ਮਤਲਬ ਜੇ ਮੈਂ ਇਹਨਾਂ ਨੂੰ ਇਕੁਏਸ਼ਨ ਨੰਬਰ 1 ਤੇ ਇਕੁਏਸ਼ਨ ਨੰਬਰ 2 ਦੇ ਦਿਓ ਤੇ ਨੈਕਸਟ ਲਾਈਨ 'ਚ ਆਪਾਂ ਆ ਲਿਖ ਲਈਏ, ਬਟ R cap 12 ਦੀ ਵੈਲਿਊ, ठीक है जी, that should be equal to R cap 21, ठीक है, ਇਹਦੀ ਵੈਲਿਊ R cap 21 ਦੇ ਇਕੁਅਲ ਹੈ, ਬਟ ਇੱਕ ਦੂਜੇ ਤੋਂ ਦੋਨੋਂ ਆਪੋਜ਼ਿਟ ਡਾਇਰੈਕਸ਼ਨ ਚ ਆ। ਕੀ ਆ ਸਟੈਪ ਸਮਝ ਲੱਗਿਆ? Yes sir. यस सर। ਐਸ ਸੱਚ ਜਿੱਥੇ ਫਿਰ R cap 12 ਲਿਖਿਆ ਹੋਇਆ, ਇਹਦੀ ਥਾਂ ਤੇ ਜੇ ਆ ਵੈਲਿਊ ਸਬਸਟੀਟਿਊਟ ਕਰ ਲਈਏ, ਯਾਨੀ ਇਹਨੂੰ 1 ਇਕੁਏਸ਼ਨ ਚ ਸਬਸਟੀਟਿਊਟ ਕਰ ਦਿਓ ਤੇ देयरफॉर ਸਾਡੇ ਕੋਲ F12 ਦੀ ਵੈਲਿਊ ਆ ਗਈ KQ1 Q2 by R square into minus ਇੱਥੇ ਕੱਢ ਲੈਣੇ, ਮਾਈਨਸ ਬਾਹਰ ਕੱਢ ਲਓ, ਨਾਲ ਆ ਗਿਆ into R cap 21। ਤੇ ਆ ਜਿੰਨੀ ਟਰਮ ਨੂੰ ਸਰਕਲ ਕਰਦਾ ਪਿਆ ਇਹ ਸਾਰੀ ਕੀ ਟਰਮ ਆ ਮੇਰੀ? F21 ਆ। ਇਹਦਾ ਮਤਲਬ ਹੈ ਮੇਰੇ ਕੋਲ ਜੇ ਐਸ ਜਿੱਥੇ ਵੈਲਿਊ ਡਿਫਾਈਨ ਕਰੀਏ ਤਾਂ ਆਪਣੇ ਕੋਲ ਟਰਮ ਕੀ ਬਣੀ? F12 should be equal to minus of F21, ब्रैकेट्स लिख देने यूजिंग इक्वेशन 2। इक्वेशन 2 ਨੂੰ ਯੂਜ਼ ਕਰਕੇ ਆਪਾਂ ਇਹਨੂੰ F21 ਡਿਫਾਈਨ ਕਰ ਲਿਆ। ਤੇ ਜੇ ਮੈਂ ਆ ਸਾਰੇ ਰਿਜ਼ਲਟ ਨੂੰ ਪੜਾਂ ਤੇ ਇਹ ਨਿਊਟਨ ਦਾ ਥਰਡ ਲਾਅ ਬਣਦਾ ਪਿਆ?
Yes, sir. If Yes, sir. Q1 will apply force on Q2, Q2 will apply force on Q1, both are equal and opposite, ਤੇ ਦੂਜੇ ਪਾਸੇ ਨਿਊਟਨ ਦਾ ਥਰਡ ਲਾਅ ਕਹੀਏ ਤੇ ਉਹ ਆਪਾਂ ਨੂੰ ਕਹਿੰਦਾ ਜੀ ਜੇ ਇਸ ਫੋਰਸ ਨੂੰ ਤੁਸੀਂ ਐਕਸ਼ਨ ਕਹਿ ਦਿਓ, ਜੇ ਇਸ ਫੋਰਸ ਨੂੰ ਅਸੀਂ ਐਕਸ਼ਨ ਕਹਿ ਦਈਏ ਤੇ ਐਕਸ਼ਨ ਇਕੁਅਲ ਐਂਡ opposite ਟੂ ਰਿਐਕਸ਼ਨ ਆ ਜਾਏਗਾ। Yes, sir. ਔਰ ਇਹੀ ਮੇਰੀ ਸੇਮ ਟਰਮ ਜਿਹੜੀ ਨਿਊਟਨ ਥਰਡ ਲਾਅ ਚ ਡਿਫਾਈਨ ਹੁੰਦੀ ਬੇਟਾ। ਤੇ ਲਾਸਟ ਵਰਡ ਦੇ ਸਕਦੇ ਹੋ which proves Newton third law। ਸੋ ਪੁੱਤ ਇਹਨਾਂ ਧਿਆਨ ਰੱਖ ਲਿਓ ਇਨ ਕੇਸ ਤੁਹਾਡੇ ਕੋਲ ਜੇ ਟੌਪਿਕ ਆਪਣਾ ਪੇਪਰ ਦਾ ਇਹ ਹੈਗਾ ਕਿ ਵੀ ਹਾਊ ਵਿਲ ਯੂ ਜਸਟੀਫਾਈ ਦੈਟ ਕਿ ਵੀ ਕੂਲਮਸ ਲਾਅ ਵਿਲ ਓਬੇ ਦਾ ਨਿਊਟਨ ਥਰਡ ਲਾਅ, ਤੇ ਤੁਸੀਂ ਆਹ ਸਟੈਪ ਜਿਹੜੇ ਦੋ ਨੇ ਉਹਨੂੰ ਸਿਰਫ ਪਰਫਾਰਮ ਕਰਕੇ ਦਿਖਾਣੇ। ਇੰਨਾ ਕਲੀਅਰ ਆ? Yes, sir. Yes, sir. ਚਲੋ Sir, ਹਾਂਜੀ ਬੋਲੋ। sir, ਜ਼ਰੂਰੀ ਆ ਕਿ ਅਟਰੈਕਸ਼ਨ ਵਾਲਾ ਕੇਸ ਆਪਾਂ ਕੰਸੀਡਰ ਕਰਨਾ? ਨਹੀਂ ਨਹੀਂ ਪੁੱਤ, ਤੁਸੀਂ ਭਾਵੇਂ ਰਿਪਲਸ਼ਨ ਨਾ ਬਣਾ ਲਓ, ਉਹ 'ਚ ਕੀ ਫਰਕ ਪੈਣਾ ਸੀ? ਰਿਪਲਸ਼ਨ ਦਾ ਕੇਸ ਹੁੰਦਾ ਤੇ ਇੱਥੇ r ਕੈਪ 21 ਲਿਖਿਆ ਨਾ ਸੀ, ਇੱਥੇ r ਕੈਪ 12 ਆਣਾ ਸੀ। ਆਹ ਪ੍ਰਾਪਰਟੀ ਤਾਂ ਉਦੋਂ ਵੀ ਏਦਾਂ ਹੀ ਲੱਗਣੀ ਆ, ਅਟਰੈਕਸ਼ਨ ਹੋਵੇ ਜਾਂ ਰਿਪਲਸ਼ਨ ਹੋਵੇ, ਠੀਕ ਹੈ ਨਾ। ਨਿਊਟਨ ਥਰਡ ਲਾਅ ਜਿਹੜਾ ਉਹ ਹਮੇਸ਼ਾ ਹੀ ਓਬੇ ਹੋਣਾ। ਜਿੰਨੀ ਫੋਰਸ Q1 ਚਾਰਜ ਨੇ Q2 ਤੇ ਲਗਾਣੀ ਆ, ਉਨੀ ਹੀ ਫੋਰਸ Q2 ਨੇ Q1 ਤੇ ਲਗਾਣੀ, ਕਿਉਂਕਿ ਫੋਰਸਿਸ ਦੇਖੋ ਨਾ ਕਿਤੇ ਡਿਪੈਂਡੈਂਟ ਆ। ਪ੍ਰੋਡਕਟ ਆਫ ਚਾਰजेस ਐਂਡ ਡਿਸਟੈਂਸ ਬਿਟਵੀਨ ਦਾ ਚਾਰਜ, A ਤੋਂ B ਦਾ ਜਿੰਨਾ ਡਿਸਟੈਂਸ, B ਤੋਂ A ਦਾ ਡਿਸਟੈਂਸ ਵੀ ਉਹਨਾਂ, ਇਹ ਮਤਲਬ R ਤਾਂ ਸੇਮ ਆ। ਪ੍ਰੋਡਕਟ Q1 into Q2 ਕਮਾ ਜਾਂ Q2 into Q1 ਕਮਾ, ਉਹ ਸੇਮ ਆ। ਇਸ ਲਈ ਅਟਰੈਕਸ਼ਨ ਜਾਂ ਰਿਪਲਸ਼ਨ ਮੈਟਰ ਨਹੀਂ ਕਰਦੀ, ਤੁਸੀਂ ਕਿਸੇ ਨਾਲ ਵੀ ਉਹਨੂੰ ਜਸਟੀਫਾਈ ਕਰ ਸਕਦੇ ਹੋ। ਕਲੀਅਰ ਆ? ਯੈਸ ਸਰ। ਹਾਂਜੀ, ਆਪਾਂ ਨੂੰ ਇੱਕ ਨਿਊਮੈਰੀਕਲ ਨੇ ਦਿੱਤਾ ਵਾ, ਉਹ ਕਹਿੰਦਾ ਪੁੱਤ ਕਿ ਤੁਹਾਡੇ ਕੋਲ ਮੰਨ ਲਓ ਸਿਸਟਮ ਦੇ ਅੰਦਰ ਤਿੰਨ ਚਾਰਜ ਗਿਵਨ ਆ ਜਿਹੜੇ ਟ੍ਰਾਇੰਗਲ ਦੇ ਤਿੰਨ ਵਰਟੈਕਸ ਦੇ ਉੱਤੇ ਪਏ ਨੇ, ਤੇ ਇਹਨਾਂ ਚਾਰजेस ਦੇ ਕਰਕੇ ਕਿਸੇ ਇੱਕ ਚੌਥੇ ਚਾਰਜ ਦੇ ਉੱਤੇ, ਫੋਰਥ ਚਾਰਜ, ਉਹਦੇ ਤੇ ਫੋਰਸ ਕੈਲਕੂਲੇਟ ਕਰੋ। ਹੁਣ ਜਦੋਂ ਫੋਰਸ ਕੈਲਕੂਲੇਟ ਕਰਨੀ ਉਹਨੇ ਕੰਡੀਸ਼ਨ ਇਹ ਕਹੀ ਆ ਕਿ ਜਿਹੜਾ ਫੋਰਥ ਚਾਰਜ ਹੈ ਨਾ ਉਹ ਟ੍ਰਾਇੰਗਲ ਦੇ ਸੈਂਟਰੋਇਡ ਦੇ ਉੱਤੇ ਪਿਆ। ਹੁਣ ਜੇ ਮੈਂ ਇਸ ਪੁਆਇੰਟ ਤੇ ਮੰਨਾਂ ਕਿ ਮੇਰਾ ਸੈਂਟਰੋਇਡ ਆ, ਤੇ ਇੱਥੇ ਮੇਰੇ ਕੋਲ ਇੱਕ ਟੈਸਟ ਚਾਰਜ ਵਰਡ ਕਦੋਂ ਬੋਲਾਂਗੇ? ਜਦੋਂ ਅਸੀਂ ਐਸ ਸੱਚ ਫੋਰਸ ਕਿਸੇ ਚਾਰਜ ਦੇ ਉੱਤੇ ਕੈਲਕੂਲੇਟ ਕਰਨੀ ਹੈ ਨਾ, ਜਿਨ੍ਹਾਂ ਚਾਰजेस ਨੇ ਫੋਰਸ ਲਗਾਣੀ ਆ ਉਹ ਮੇਰੇ ਸੋਰਸ ਚਾਰजेस ਨੇ, ਐਂਡ ਦਾ ਚਾਰਜ ਵਿਚ ਵਿਲ ਐਕਸਪੀਰੀਅੰਸ ਦਾ ਫੋਰਸ, ਜਿਹੜੇ ਚਾਰਜ ਦੇ ਆਪਾਂ ਉੱਪਰ ਫੋਰਸ ਕੈਲਕੂਲੇਟ ਕਰਨੀ ਹੋਏਗੀ ਉਹਨੂੰ ਕਹਾਂਗੇ ਟੈਸਟ ਚਾਰਜ। ਜਿਹੜੇ ਚਾਰजेस ਫੋਰਸ ਲਗਾਉਣ ਵਾਲੇ ਨੇ ਦੇ ਆਰ ਟੂ ਬੀ ਦਾ ਸੋਰਸ ਚਾਰजेस। ਯਾਨੀ ਹੁਣ ਇਸ ਟੌਪਿਕ ਤੋਂ ਸ਼ੁਰੂ ਕਰਕੇ ਅਗਲੇ ਹਰ ਟੌਪਿਕ ਦੇ ਅੰਦਰ ਸਾਡੇ ਦੋ ਵਰਡ ਚੱਲਣੇ ਆ, ਇੱਕ ਚਾਰਜ ਉਹ ਵਾਲੇ ਜਿਹੜੇ ਫੋਰਸ ਲਗਾਣਗੇ, ਇੱਕ ਉਹ ਪੁਆਇੰਟ ਜਿੱਥੇ ਮੇਰੇ ਕੋਲ ਕਹਿੰਦਾ ਜੀ ਅਸੀਂ ਫੋਰਸ ਕੱਢਣੀ ਆ, ਤੇ ਜਿਹੜਾ ਫੋਰਸ ਲਗਾਉਣ ਵਾਲਾ ਚਾਰਜ ਆ ਉਹਨੂੰ ਕਿਹਾ ਕਰਾਂਗੇ ਸੋਰਸ ਚਾਰਜ ਆ, ਜਿਹੜੇ ਚਾਰਜ ਦੇ ਉੱਤੇ ਫੋਰਸ ਐਗਜ਼ਰਟ ਹੋਏਗੀ ਉਹਨੂੰ ਕਹਾਂਗੇ ਟੈਸਟ ਚਾਰਜ ਆ। ਮੰਨ ਲਓ ਮੇਰੇ ਕੁਐਸਚਨ ਚ ਉਹਨੇ ਮੈਨੂੰ ਕਹਿਤਾ ਕਿ ਇਸ O ਪੁਆਇੰਟ ਤੇ 1 ਮਾਈਕਰੋ ਕੂਲਮ ਦਾ ਚਾਰਜ ਪਿਆ ਵਾ, ਠੀਕ ਹੈ, ਤੇ ਇਸ 1 ਮਾਈਕਰੋ ਕੂਲਮ ਦਾ ਚਾਰਜ ਜਿਹੜਾ ਇਹਦੇ ਉੱਤੇ ਰੱਖਿਆ, ਇਹਦੇ ਤੇ ਫੋਰਸ ਕੈਲਕੂਲੇਟ ਕਰੋ ਬਾਈ ਆਲ ਅਦਰ ਚਾਰजेस। ਨਾਓ ਵੀ ਨੋ ਵਨ ਪ੍ਰੋਪਰਟੀ, Coulomb's law is applicable only for 2 point charges। Coulomb's law ਜਦੋਂ ਕੈਲਕੂਲੇਟ ਕਰਦਾ ਸਿਰਫ ਦੋ ਚਾਰਜ ਦੇ ਵਿਚਲੀ ਫੋਰਸ ਕੈਲਕੂਲੇਟ ਕਰਦਾ, Q1 into Q2 ਚ ਕਿਤੇ ਵੀ ਨਾਲ into Q3 into Q4 ਕੁਝ ਨਹੀਂ ਆਉਂਦਾ। ਇਹਦਾ ਮਤਲਬ ਇਹ ਹੋ ਗਿਆ ਕਿ with the help of Coulomb's law we can calculate forces between only 2 point charges, ठीक है ना। But if the system contains more than 2 charges, ठीक है ना, जिदा आ एग्जांपल होगी, या एक और सिंपल जी एग्जांपल इदा बोल देना, मान लो मेरे को सोडियम क्लोराइड दा कोई क्रिस्टल लैटिस आ, मान लो सोडियम क्लोराइड दा अपना कोई क्रिस्टल लैटिस आ, ਇਹਦੇ ਵਿੱਚ ਆ सोडियम आयन आ अगली पोजीशन ते that is surrounded by a number of chloride ion। ਇਹਦੇ ਅਰਾਊਂਡ ਮੇਰੇ ਕੋਲ ਜਿਹੜੇ ਸਾਰੀਆਂ ਲੋਕੇਸ਼ਨਸ ਨੇ ਇਹਨਾਂ ਥਾਵਾਂ ਤੇ ਕਲੋਰਾਈਡ ਆਇਨ ਪਏ ਨੇ, ਤੇ ਜੇ ਮੈਂ ਕੈਲਕੂਲੇਟ ਕਰਨੀ ਹੋਵੇ ਇਸ ਸੋਡੀਅਮ ਆਇਨ ਤੇ ਕਲੋਰਾਈਡ ਆਇਨ ਦੇ ਵਿਚਲੀ ਫੋਰਸ, ਇਸ ਸੋਡੀਅਮ ਇਸ ਕਲੋਰਾਈਡ ਆਇਨ ਦੇ ਵਿਚਲੀ ਫੋਰਸ, ਇਹਦੇ ਤੇ ਇਹਦੇ ਵਿਚਲੀ, ਇਹਦੇ ਤੇ, ਇਹਦਾ ਮਤਲਬ ਮੇਰੇ ਕੋਲ ਕੀ ਹੋ ਗਿਆ, ਅਸੀਂ ਹਰ ਦੋ ਚਾਰਜ ਦੇ ਵਿਚਲੀ ਫੋਰਸ ਤੇ ਕੂਲਮਸ ਲਾਅ ਨਾਲ ਕੱਢ ਸਕਦੇ ਹਾਂ। ਪਰ ਜੇ ਮੈਂ ਇਸ ਸੋਡੀਅਮ ਆਇਨ ਤੇ ਟੋਟਲ ਫੋਰਸ ਕੱਢਣੀ ਹੋਵੇ, ਮੈਨੂੰ ਪੁੱਛਿਆ ਜਾਵੇ ਜੀ ਇਹਨੂੰ ਜਿੰਨਿਆਂ ਨੇ ਵੀ ਆਲੇ ਦੁਆਲੇ ਘੇਰਿਆ ਵਾ, ਹਨਾ,
all those charges will apply the force on this charge, calculate the total force। ਤੇ ਪੁੱਤ ਫਿਰ ਉਸ ਥਾਂ ਤੇ ਜਾ ਕੇ ਆਪਾਂ ਕਹਿੰਦੇ ਜੀ we have to use the superposition principle। superposition principle ਇਹ ਕਹਿੰਦਾ ਕਿ ਵੀ if in a system we have more than two charges, then the total force acting on a test charge is always given by the vector sum of, मैं algebraic sum नहीं किया, algebraic sum ਦਾ ਮਤਲਬ ਹੁੰਦਾ simple mathematically add ਕਰ ਦਿਓ, ਠੀਕ ਹੈ। ਵੈਕਟਰ ਸਮ ਦਾ ਮਤਲਬ ਆ ਡਾਇਰੈਕਸ਼ਨਾਂ ਦੇਖ ਕੇ ਫਿਰ ਉਹਨਾਂ ਨੂੰ ਐਡ ਕਰਨਾ ਵਾ, ਠੀਕ ਹੈ। ਉਹਨੇ ਫਿਰ ਟਰਮ ਦਿੱਤੀ ਅਕੋਰਡਿੰਗ ਟੂ ਦਾ ਸੁਪਰਪੋਜੀਸ਼ਨ ਪ੍ਰਿੰਸੀਪਲ the resultant force acting on a test charge by all other charges present in a system is given by the vector sum of individual forces acting on particular charge by all the charges। ਜੋ ਸਟੇਟਮੈਂਟ ਬੋਲੀ ਇਹਨੂੰ ਪੰਜਾਬੀ ਚ ਸਮਝਾਵਾਂ ਤੇ ਆਪਾਂ ਇੰਨੀ ਗੱਲ ਕਹਿ ਰਹੇ, ਇਸ ਚਾਰਜ ਦੇ ਉੱਤੇ ਇੰਡੀਵਿਜੂਅਲੀ ਬੀ ਚਾਰਜ ਦੀ ਫੋਰਸ ਕਿੰਨੀ, ਸੀ ਦੀ ਕਿੰਨੀ, ਏ ਦੀ ਕਿੰਨੀ, ਉਹਨਾਂ ਸਾਰੀਆਂ ਫੋਰਸਿਸ ਦੀ ਵੈਕਟਰ ਸਮ ਕੱਢ ਦਿਓ, ਠੀਕ ਹੈ। ਤੇ ਜੋ ਵੈਕਟਰ ਸਮ ਕੱਢ ਕੇ ਆਪਣੇ ਕੋਲ ਰਿਜ਼ਲਟ ਹੋਏਗਾ ਦੈਟਸ ਦਾ ਟੋਟਲ ਫੋਰਸ ਐਕਟਿੰਗ ਔਨ ਦਿਸ ਕਹਿੰਦਾ ਜੀ ਪਾਰਟਿਕੂਲਰ ਟੈਸਟ ਚਾਰਜ। ਕਿ ਇੰਨੀ ਗੱਲ ਸਮਝ ਆਈ? ਯੈਸ ਸਰ। Yes, sir. ਮੰਨ ਲਓ ਆਪਣਾ ਨੂਮੈਰੀਕਲ ਦੇ ਵਿੱਚ ਆਪਾਂ ਇਹਨੂੰ ਥੋੜਾ ਜਿਹਾ ਸਟਾਰਟ ਕਰਕੇ ਛੱਡ ਦੇਣਾ, ਮੈਂ ਬਾਅਦ ਚ ਉਹਨੂੰ ਜਾ ਕੇ ਆਪਾਂ ਕੰਪਲੀਟ ਕਰਨਾ। ਹੁਣ ਜੇ ਪੁੱਤ ਮੈਂ ਇਸ ਚਾਰਜ ਦੇ ਉੱਤੇ ਫੋਰਸ ਕੱਢਣੀ ਆ, ਹਨਾ, ਤੇ ਨੇਚਰ ਆਫ ਚਾਰਜ ਦੇ ਅਕੋਰਡਿੰਗਲੀ ਸਭ ਤੋਂ ਪਹਿਲਾਂ ਤੁਸੀਂ ਐਰੋ ਦੇਣੇ ਆ ਕਿ ਵੀ ਕਿਨੇ ਇਸ ਚਾਰਜ ਨੂੰ ਅਟਰੈਕਟ ਕੀਤਾ, ਕਿਨੇ ਰਿਪੈਲ ਕੀਤਾ। ਫॉर ਐਗਜ਼ਾਮਪਲ ਏ ਤੇ ਚਾਰਜ ਜਿਹੜਾ ਵਾ ਉਹ ਵੀ ਪੋਜ਼ਿਟਿਵ, ਜਿਹੜਾ ਟੈਸਟ ਚਾਰਜ ਇੱਥੇ ਪਿਆ ਉਹ ਵੀ ਪੋਜ਼ਿਟਿਵ, ਤੇ ਪੋਜ਼ਿਟਿਵ ਨੂੰ ਰਿਪੈਲ ਕਰੇਗਾ, ਯਾਨੀ ਏ ਚਾਰਜ ਦੀ ਫੋਰਸ ਜਿਹੜੀ ਆ ਉਹ ਇਸ ਡਾਇਰੈਕਸ਼ਨ ਚ ਆ ਜਾਏਗੀ। ਇਹਦਾ ਨਾਮ ਆਪਾਂ FA ਲਿਖ ਦਿੰਨੇ, ਸਿੰਬਲ ਤੁਸੀਂ ਦੇਣੇ ਆ, F1 ਕਹਿ ਦਿਓ ਤਾਂ ਵੀ ਗਲਤੀ ਨਹੀਂ, FA ਲਿਖ ਦਿਓ ਤਾਂ ਵੀ ਗਲਤੀ ਨਹੀਂ। ਹੁਣ B ਚਾਰਜ ਜਿਹੜਾ ਵਾ ਇਹ ਨੈਗੇਟਿਵ ਆ, ਇੱਥੇ O ਤੇ ਜਿਹੜਾ ਚਾਰਜ ਉਹ ਪੋਜ਼ਿਟਿਵ ਆ, ਤੇ ਇਸ ਨੈਗੇਟਿਵ ਚਾਰਜ ਨੇ ਇਸ ਚਾਰਜ ਨੂੰ ਅਟਰੈਕਟ ਕਰਨਾ। ਇਹਦਾ ਮਤਲਬ ਜਿਹੜੀ B ਚਾਰਜ ਦੀ ਫੋਰਸ ਹੋਏਗੀ, ਠੀਕ ਹੈ, ਉਹ ਇਸ ਡਾਇਰੈਕਸ਼ਨ ਚ ਆ ਜਾਊ। ਇਸ ਫੋਰਸ ਦਾ ਨਾਮ ਆਪਾਂ FB ਲਿਖ ਦਿੰਨੇ। ਔਰ ਜੇ ਥੋੜਾ ਜਿਹਾ ਧਿਆਨ ਦਿਓ ਇੱਕ ਗੱਲ ਤੇ, ਜਿਹੜਾ ਰਿਪਲਸਿਵ ਫੋਰਸ ਆ ਉਹਦਾ ਐਰੋ ਆਪਾਂ ਲਾਈਨ ਤੋਂ ਬਾਹਰ ਕੱਢ ਕੇ ਪਾਣੇ ਪਏ ਆ, ਜਿਹੜਾ ਅਟਰੈਕਟਿਵ ਫੋਰਸ ਆ ਉਹਦਾ ਐਰੋ ਵਿਦਿਨ ਦਾ ਲਾਈਨ ਪੈਂਦਾ ਪਿਆ। ਕੀ ਗੱਲ ਸਮਝ ਆਈ? ਯੈਸ ਸਰ। Yes, sir. Yes, sir. ਮੇਰਾ ਆ ਚਾਰਜ ਇਹ ਵੀ ਪੋਜ਼ਿਟਿਵ ਆ, ਇੱਥੇ ਵੀ ਪੋਜ਼ਿਟਿਵ, ਪੋਜ਼ਿਟਿਵ ਨੂੰ ਰਿਪੈਲ ਕਰੇਗਾ। ਇਹ ਮਤਲਬ ਇਹਦੀ ਫੋਰਸ ਇਸ ਡਾਇਰੈਕਸ਼ਨ ਚ ਨਿਕਲੇਗੀ, ਇਹਦਾ ਨਾਮ ਆਪਾਂ FC ਲਿਖ ਦਿੰਨੇ। ਯਾਨੀ ਇਸ ਪੁਆਇੰਟ ਦੇ ਉੱਤੇ ਹੁਣ ਤਿੰਨ ਫੋਰਸਿਸ ਆ ਗਈਆਂ। ਇੱਕ ਫੋਰਸ ਮੇਰੇ ਕੋਲ FA ਆ ਗਈ ਆ ਲਾਈਨ ਦੇ ਲੌਂਗ, ਇੱਕ ਫੋਰਸ ਮੇਰੇ ਕੋਲ ਇਧਰ ਨੂੰ ਆ ਗਈ FC, ਠੀਕ ਹੈ ਜੀ, ਦੂਜੀ ਫੋਰਸ ਹੋ ਗਈ, ਤੀਜੀ ਫੋਰਸ ਮੇਰੀ ਇਸ ਲਾਈਨ ਤੇ ਆ ਗਈ। ਹੁਣ ਇਹ ਤਿੰਨ ਫੋਰਸਿਸ ਨਿਕਲੀਆਂ, ਇਹ ਤਿੰਨ ਫੋਰਸਿਸ ਇਸ O ਪੁਆਇੰਟ ਤੇ ਲਾਈ ਕਰਦੀਆਂ। ਇਹਨਾਂ ਤਿੰਨ ਫੋਰਸਿਸ ਦਾ ਜਦੋਂ ਰਿਜ਼ਲਟੈਂਟ ਕੱਢਣਾ ਵਾ ਤੇ ਤੁਸੀਂ ਤਿੰਨਾਂ ਦੀ, ਇਹਦੀ ਵੈਲਿਊ 2 ਨਿਊਟਨ ਆ ਗਈ, ਮੰਨ ਲਓ ਇਹਦੀ ਵੈਲਿਊ 4 ਨਿਊਟਨ ਆ ਗਈ, ਇਹਦੀ ਵੈਲਿਊ ਮੇਰੇ ਕੋਲ 1 ਨਿਊਟਨ ਆ ਗਈ, ਤਾਂ ਮੈਂ ਇਹ ਨਹੀਂ ਕਹੂੰਗਾ ਕਿ ਟੋਟਲ 2 + 4 + 1 ਕਰ ਦਿਓ, ਨਹੀਂ ਹੋ ਸਕਦਾ ਐਡ, ਠੀਕ ਹੈ ਨਾ। ਸਿੰਪਲ ਐਡ ਵੈਕਟਰ ਉਦੋਂ ਹੁੰਦੇ ਜੇ ਸਾਰੇ ਇੱਕੋ ਡਾਇਰੈਕਸ਼ਨ ਚ ਹੁੰਦੇ। ਹੁਣ ਇਹ ਤਿੰਨੇ ਦੇ ਤਿੰਨੇ ਵੈਕਟਰ ਡਿਫਰੈਂਟ ਡਾਇਰੈਕਸ਼ਨ ਚ ਆ, ਇਸ ਲਈ ਇਹਨਾਂ ਦਾ ਰਿਜ਼ਲਟੈਂਟ ਕੱਢਣ ਵੇਲੇ ਹਨਾ ਅਸੀਂ ਕਿਹਨੂੰ ਯੂਜ਼ ਕਰਨਾ, ਉਹ ਗੱਲ ਧਿਆਨ ਨਾਲ ਸਮਝਣ ਵਾਲੀ, ਸਮਝਿਓ ਪਹਿਲੋਂ, ਠੀਕ ਹੈ। ਆਪਾਂ +1 ਚ ਪੜਿਆ ਸੀਗਾ ਟ੍ਰਾਇੰਗਲ ਲਾਅ, +1 ਚ ਪੜਿਆ ਸੀ ਪੈਰਲੋਗ੍ਰਾਮ ਲਾਅ, ਤੇ ਇੱਕ ਥਰਡ ਹੋਰ ਚੀਜ਼ ਪੜੀ ਸੀ, ਉਹਦਾ ਟੌਪਿਕ ਦਾ ਨਾਮ ਸੀਗਾ ਰੈਜ਼ੋਲੂਸ਼ਨ ਆਫ ਅ ਵੈਕਟਰ। ਪਤਾ ਜੋ ਬੋਲਦਾ ਪਿਆ? ਯੈਸ ਸਰ। Yes, sir. Yes, ਠੀਕ ਹੈ sir. ਜੀ। ਤੇ ਮੈਨੂੰ ਇੱਥੇ ਇਹਨੂੰ ਰਿਜ਼ਲਟੈਂਟ ਫੋਰਸ ਕੱਢਣ ਵੇਲੇ, ਯਾਨੀ ਤਿੰਨਾਂ ਫੋਰਸਿਸ ਨੂੰ ਮਿਲਾ ਕੇ ਟੋਟਲ ਕੱਢਣ ਵੇਲੇ ਪੈਰਲੋਗ੍ਰਾਮ ਲਾਅ ਦੀ ਵੀ ਲੋੜ ਪੈ ਸਕਦੀ ਆ, ਟ੍ਰਾਇੰਗਲ ਲਾਅ ਦੀ ਵੀ ਪੈ ਸਕਦੀ ਆ, ਰੈਜ਼ੋਲੂਸ਼ਨ ਦੀ ਵੀ ਪੈ ਸਕਦੀ, ਡਿਪੈਂਡਿੰਗ ਅਪਨ ਦਾ ਕੰਡੀਸ਼ਨ, ਠੀਕ ਹੈ ਜੀ। ਵੀ ਵਿਲ ਆਈਦਰ ਯੂਜ਼ ਟ੍ਰਾਇੰਗਲ ਲਾਅ ਔਰ ਪੈਰਲੋਗ੍ਰਾਮ ਲਾਅ ਔਰ ਰੈਜ਼ੋਲੂਸ਼ਨ। ਪੁੱਤ ਇਹਨਾਂ ਚੀਜ਼ਾਂ ਦੀ ਲੋੜ ਆਪਾਂ ਨੂੰ ਹੱਦ ਤੋਂ ਜ਼ਿਆਦਾ ਰਹਿਣੀ ਆ, ਠੀਕ ਹੈ ਨਾ। ਇਸ ਲਈ ਆਪਣੇ ਦਿਮਾਗ 'ਚ ਕਲੀਅਰ ਕਰਕੇ ਚੱਲਿਓ ਟ੍ਰਾਇੰਗਲ ਲਾਅ ਕੀ ਹੁੰਦਾ, ਪੈਰਲੋਗ੍ਰਾਮ ਲਾਅ ਕੀ ਹੁੰਦਾ, ਤੇ ਰੈਜ਼ੋਲੂਸ਼ਨ ਕਿੱਦਾਂ ਕਰੀਦੀ ਆ। ਉਹ 'ਚ ਡਾਊਟ ਹੋਊਗਾ ਤੇ ਇੱਕ ਵਾਰੀ ਮੈਨੂੰ ਦੱਸ ਦਿਓ, ਮੈਂ ਪਹਿਲਾਂ ਸਮਝਾਉਂਗਾ ਉਹ ਚੀਜ਼ਾਂ, ਉਹ ਬਹੁਤ ਜ਼ਰੂਰੀ ਹੋਏਗਾ ਆਪਾਂ ਨੂੰ ਇਹਨੂੰ ਨੂਮੈਰੀਕਲਸ ਨੂੰ ਕੰਟੀਨਿਊ ਕਰਨ ਲਈ। ਇੰਨੀ ਗੱਲ ਪਹਿਲਾਂ ਕਲੀਅਰ ਹੈ ਜੋ ਦੱਸਦਾ ਪਿਆ? Yes, sir. ਯੈਸ ਸਰ। Yes, sir. ਚਲੋ ਇਹਨੂੰ ਇੱਥੇ ਛੱਡ ਦਿੱਤਾ, ਪਹਿਲਾਂ ਆਪਾਂ ਆਪਣੇ ਟੌਪਿਕ ਤੇ ਚੱਲਾਂਗੇ ਸੁਪਰਪੋਜੀਸ਼ਨ ਵਾਲੇ ਤੇ, ਫਿਰ ਬਾਅਦ ਚੋਂ ਜਾ ਕੇ ਆਪਾਂ ਨੂਮੈਰੀਕਲਸ ਦੀ ਗੱਲ ਸ਼ੁਰੂ ਕਰਾਂਗੇ।
ठीक है जी, हजे ਇਹਦੀ ਲੋੜ नहीं, इसलिए ਇਹਨੂੰ नहीं कंटिन्यू करांगा। चल टॉपिक हैगा अपने को सुपरपोजिशन प्रिंसिपल। सुपरपोजिशन प्रिंसिपल की सीगा अपने को हुणी गल करके हटे आपां। कहना जी अकॉर्डिंग टू विच वी हैव टू कैलकुलेट द टोटल फोर्स ऑन ए पर्टिकुलर चार्ज बाय ऑल अदर चार्जेस। ठीक है, तुहाडे सिस्टम दे अंदर जिन्ने चार्जेस ने ਆਪਾਂ ਐਸਐਚਆ ਸ਼ੋ ਕਰਨ ਲੱਗੇ ਕਿ ਇੱਕ ਐਕਸ ਵਾਈ ਪਲੇਨ ਹੋ ਗਿਆ। ਉਹ ਤੇ ਇੱਕ ਹੋਰ ਚੀਜ਼ ਨਾਲ ਕਲੀਅਰ ਕਰਾਂ, ਜਿਹੜੀ ਫਿਗਰ ਇਹਦੇ ਅੰਦਰ ਬਣਾਵਾਂਗਾ ਉਹ ਕੋਈ ਐਸਐਚ ਆਪਣੇ ਕੋਲ ਪੱਕੀ ਫਿਗਰ ਨਹੀਂ ਹੈਗੀ। ਤੁਸੀਂ ਚਾਰਜ ਦੀ ਲੋਕੇਸ਼ਨ ਜਿੱਦਾਂ ਮਰਜ਼ੀ ਦਿਖਾ ਸਕਦੇ ਹੋ। ਆਪਾਂ ਫਿਗਰ ਇਹ ਬਣਾਉਣ ਲੱਗੇ, ਇਸ ਸਿਸਟਮ 'ਚ ਇੱਥੇ ਇੱਕ ਚਾਰਜ ਆ ਗਿਆ A ਪੁਆਇੰਟ ਤੇ, ਵੈਲਿਊ ਉਹਦੀ Q1 ਆ। ਠੀਕ ਹੈ ਜੀ, ਇੱਕ ਚਾਰਜ ਇੱਥੇ ਕਿਤੇ ਦਿਖਾ ਦਿਓ। ਠੀਕ ਹੈ, ਆ ਮੰਨ ਲਓ ਪੁਆਇੰਟ ਦਾ ਨਾਮ O ਰੱਖ ਦੇਣਾ, ਇੱਥੇ ਚਾਰਜ ਦਾ ਨਾਮ Q0 ਰੱਖ ਦਿਓ। ठीक है, एक चार्ज मेरे को इत्थे किते दिखा दो, Q2 चार्ज आ गया, इस पॉइंट का नाम B रख दियो। इदी सिस्टम के अंदर इत्थे किते दिखा दो एक चार्ज पिया वा, इस C पॉइंट ते चार्ज दी अमाउंट Qn रख ली, यानी Q1 Q2 Q3 Q4 अप टू Qn मेरे सिस्टम दा नंबर ऑफ चार्जेस ने। क्या गल नहीं समझ लगी? Yes. Yes, sir. yes sir, ਆਪਾਂ ਮੰਨ ਲਿਆ ਜੀ Q1 ਚਾਰਜ R1 ਡਿਸਟੈਂਸ ਤੇ ਆ ਪੁਆਇੰਟ ਦਾ ਨਾਮ O ਕਰ ਦਿੰਨੇ, ਇਹਦਾ ਨਾਮ D ਰੱਖ ਦਿਓ। ਨਾਰਮਲੀ origin ਆਪਾਂ O ਨਾਲ ਲਿਖ ਦਿੰਨੇ। ਠੀਕ ਹੈ, ਆ ਪੋਜੀਸ਼ਨ ਮੇਰੀ R2 ਡਿਸਟੈਂਸ ਆ ਪੋਜੀਸ਼ਨ ਸਾਡੇ ਕੋਲ Rn ਡਿਸਟੈਂਸ ਆ R0 ਆ। ਠੀਕ ਹੈ, ਹੁਣ ਇਹ ਸਾਰੇ ਦੇ ਸਾਰੇ ਚਾਰजेस ਜਿਹੜੇ ਨੇ ਇੱਕ ਦੂਜੇ ਦੇ ਉੱਤੇ ਫੋਰਸ ਲਗਾਉਂਦੇ ਆ, ਬਟ ਵੀ ਹੈਵ ਟੂ ਕੈਲਕੂਲੇਟ ਫੋਰਸ ਔਨ ਐਨੀ ਵਨ ਪਾਰਟਿਕੂਲਰ ਚਾਰਜ ਬਾਈ ਆਲ ਅਦਰ ਚਾਰजेस। ਇਹਨਾਂ ਸਾਰੇ ਚਾਰजेस ਦੇ ਵਿੱਚੋਂ ਆਪਾਂ ਕਿਸੇ डायग्राम थोड़ा बड़ा, ओके डन बेटा। चलो थोड़ी फिर बड़ी बना देना डायग्राम। ਆਪਾਂ ਬੱਚੇ ਆ ਦਿਖਾਇਆ ਕਿ ਆਪਣੇ ਕੋਲ ਕੋਈ ਇੱਕ ਚਾਰਜ ਇਸ ਪੁਆਇੰਟ ਤੇ ਪਿਆ, A ਪੁਆਇੰਟ ਤੇ ਚਾਰਜ ਦੀ ਵੈਲਿਊ Q1 ਲਿਖ ਲਓ। ਇੱਥੇ ਕਿਤੇ ਦਿਖਾ ਦਿਓ ਮੇਰੇ ਕੋਲ ਇਸ D ਪੁਆਇੰਟ ਤੇ ਕੋਈ ਚਾਰਜ ਪਿਆ Q0। ਇੱਥੇ ਕਿਸੇ ਇੱਕ ਪੋਜੀਸ਼ਨ ਤੇ ਮੇਰੇ ਕੋਲ ਕੋਈ ਇੱਕ ਚਾਰਜ ਪਿਆ ਵਾ, ਉਹਦੀ ਵੈਲਿਊ ਆਪਾਂ Q2 ਲਿਖ ਦਿੰਨੇ। ਕੋਈ ਹੋਰ ਪੁਆਇੰਟ ਦਿਖਾ ਦਿਓ। ਠੀਕ ਹੈ ਜੀ, C ਇੱਥੇ ਚਾਰਜ ਦੀ ਵੈਲਿਊ Qn ਲਿਖ ਦਿੰਨੇ। ਇਹਦੀ ਪੋਜੀਸ਼ਨ R1 ਵੈਕਟਰ ਨਾਲ, ਆ ਵਾਲੇ ਦੀ ਪੋਜੀਸ਼ਨ R0 ਵੈਕਟਰ ਨਾਲ, ਇਹਦੀ ਪੋਜੀਸ਼ਨ R2 ਵੈਕਟਰ ਨਾਲ, ਔਰ ਆ ਵਾਲੇ ਵੈਕਟਰ ਦੀ ਪੋਜੀਸ਼ਨ ਚਾਰਜ ਦੀ ਜਿਹੜੀ Rn ਨਾਲ। ਸਮਾਈਲ ਕਲੀਅਰ ਹੈ ਬੇਟਾ? Yes, sir. ਓਕੇ ਡਨ। ਨਾ ਹੁਣ ਆਪਾਂ ਇਹ ਕਹਿ ਰਹੇ ਪੁੱਤ, ਆਪਾਂ ਇਹਨਾਂ ਵਿੱਚੋਂ ਕਿਸੇ ਇੱਕ ਚਾਰਜ ਨੂੰ ਜਿਹੜਾ ਨਾ ਉਹਨੂੰ ਟੈਸਟ ਚਾਰਜ ਮੰਨ ਲਓ, ਉਹਨੂੰ ਛੱਡ ਕੇ ਬਾਕੀ ਜਿੰਨੇ ਵੀ ਸਿਸਟਮ 'ਚ ਚਾਰਜ ਪਏ ਨੇ ਉਹ ਸਾਰੇ ਮੇਰੇ ਸੋਰਸ ਚਾਰजेस ਹੋ ਗਏ। ਤੇ ਆਪਾਂ ਅਸਿਊਮ ਇਹ ਕਰਨ ਲੱਗੇ ਕਿ Q0 ਨੂੰ ਟੈਸਟ ਚਾਰਜ ਮੰਨ ਲੈਣੇ ਕਿ ਵੀ ਇਹਦੇ ਉੱਤੇ ਫੋਰਸ ਅਪਲਾਈ ਹੁੰਦੀ ਪਈ ਆ, ਇਹਨੂੰ ਛੱਡ ਕੇ ਬਾਕੀ ਸਾਰੇ ਚਾਰजेस ਜਿਹੜੇ ਨੇ ਇਹ ਇਸ ਚਾਰਜ ਦੇ ਉੱਤੇ ਫੋਰਸ ਲਗਾ ਰਹੇ। ਔਰ ਆਪਾਂ ਇਹ 'ਚ ਕੇਸ ਕਿਹੜਾ ਬਣਾਉਣ ਲੱਗੇ, ਜਦੋਂ ਤੇ ਨੂਮੈਰੀਕਲ ਹੋਏਗਾ ਉਤੇ ਚਾਰਜ ਪੋਜ਼ਿਟਿਵ ਨੈਗੇਟਿਵ ਆ, ਉਹਦੇ ਹਿਸਾਬ ਨਾਲ ਸਾਈਨ ਦਿੱਤੇ ਜਾਣੇ ਆ ਕਿ ਵੀ ਅਟਰੈਕਟਿਵ ਫੋਰਸ ਆ ਰਿਪਲਸਿਵ ਆ। ਆਰਟੀਕਲ 'ਚ ਕ੍ਰੈਮਿੰਗ ਨਾ ਕਰਨੀ ਪਵੇ, ਇਸ ਕਰਕੇ ਅਸੀਂ ਇਹਨੂੰ ਸਿਰਫ ਰਿਪਲਸ਼ਨ ਦਾ ਕੇਸ ਹੀ ਬਣਾ ਰਹੇ ਕਿ ਸਾਰੇ ਚਾਰजेस ਮੇਰੇ ਸਿਮਿਲਰ ਨੇਚਰ ਦੇ ਆ ਤੇ ਇਹ ਸਾਰੇ ਇੱਕ ਦੂਜੇ ਨੂੰ ਰਿਪੈਲ ਕਰਦੇ ਪਏ। ਹੁਣ ਆਪਾਂ ਇਹਨਾਂ ਦੀ ਫੋਰਸਿਸ ਜਿਹੜੀਆਂ ਕੈਲਕੂਲੇਟ ਕਰਨੀਆਂ Q0 ਤੇ, ਉਹ 'ਚ ਕਿੰਨੇ A ਚਾਰਜ ਨੇ। ਠੀਕ ਹੈ ਜੀ, ਇਹਨੂੰ ਰਿਪੈਲ ਕੀਤਾ। ਠੀਕ ਹੈ, B ਚਾਰਜ ਨੇ ਵੀ ਇਸ ਚਾਰਜ ਨੂੰ ਰਿਪੈਲ ਕੀਤਾ। ਠੀਕ ਹੈ, ਜਿਹੜਾ ਇੱਥੇ ਚਾਰਜ ਪਿਆ ਇਹਨੇ ਵੀ ਇਹਨੂੰ ਕਹਿੰਦਾ ਜੀ ਰਿਪੈਲ ਕੀਤਾ। ਯਾਨੀ ਇਸ ਪੁਆਇੰਟ D ਦੇ ਉੱਤੇ ਮੇਰੇ ਕੋਲ ਜਿਹੜੀਆਂ ਨੰਬਰ ਆਫ ਫੋਰਸਿਸ ਲਾਈ ਕਰਦੀਆਂ ਪਈਆਂ। ਠੀਕ ਹੈ, ਇਸ D ਚਾਰਜ ਦੇ ਉੱਤੇ ਮੇਰੇ ਕੋਲ ਨੰਬਰ ਆਫ ਫੋਰਸਿਸ ਲਾਈ ਕਰਦੀਆਂ, ਇਹਨਾਂ ਨੂੰ ਨਾਮ ਦੇ ਦਿਓ। ਪਹਿਲੀ ਫੋਰਸ ਦਾ ਨਾਮ ਅਸੀਂ ਇੱਥੋਂ ਦੇਣ ਲੱਗੇ ਕਿ ਵੀ Q1 ਚਾਰਜ ਨੇ Q0 ਚਾਰਜ ਤੇ ਜਿਹੜੀ ਫੋਰਸ ਲਗਾਈ ਇਹਨੂੰ ਨਾਮ ਦੇ ਦਿਓ F01 F01, फोर्स एक्टिंग ऑन Q0 चार्ज बाय Q1। क्या गल समझ आई? yes sir, Yes, sir. yes sir, इदां ही इस फोर्स ਨੂੰ ਨਾਮ ਦੇ ਦਿੰਨੇ F02, ਇਹਨੂੰ ਨਾਮ ਦੇ ਦਿੰਨੇ F0n। ਆ ਯਾਨੀ ਮੇਰੇ ਕੋਲ ਜਿਹੜੀ ਫੋਰਸਿਸ ਨੇ ਸਾਰੇ ਦੀਆਂ ਸਾਰੀਆਂ ਕਿਹੜੇ ਚਾਰਜ ਦੇ ਉੱਤੇ ਲਾਈ ਕਰਦੀਆਂ ਪਈਆਂ? Q0 Q0 by Q1 by Q2 by Q3 Q4 by Qn।
ਇਹਨਾਂ ਸਾਰੀਆਂ ਫੋਰਸਿਸ ਦੀ ਆਪਾਂ ਟੋਟਲ ਲਿਖਣੀ ਹੈ ਤੇ we know that ਜਿਹੜੀ Q0 ਦੇ ਉੱਤੇ ਟੋਟਲ ਫੋਰਸ ਲੱਗੀ ਉਹਦਾ ਸਿੰਬਲ ਆਪਾਂ F0 ਲਿਖ ਲਿਆ, that is the total force on Q0। ਤੇ ਇਹ ਐਸਚ ਕਿਹੜੀ ਫੋਰਸ ਆ, ਅਸੀਂ ਕਿਹਾ ਜੀ ਇੱਕ Q0 ਤੇ Q1 ਨੇ ਫੋਰਸ ਲਗਾਈ, ਪਲੱਸ Q0 ਤੇ Q2 ਨੇ ਫੋਰਸ ਲਗਾਈ, ਪਲੱਸ ਮੇਰੇ ਕੋਲ ਇਸੇ ਵੇ ਨਾਲ ਕੰਟੀਨਿਊ ਕਰਦੇ ਚੱਲੋ ਤੇ Q0 ਤੇ Qn ਨੇ ਫੋਰਸ ਲਗਾਈ। ਕਿਆ ਆ ਲਾਈਨ ਸਾਰਿਆਂ ਨੂੰ ਸਮਝ ਲੱਗੀ? Yes, sir. Yes, sir. Yes, sir. ਜਿਹੜੇ ਗੂੰਗੇ ਪੜਦੇ ਪਏ ਹੋ ਗੂੰਗੇ ਹੋ ਕੇ ਉਹ ਵਿੱਚ ਰਿਸਪੌਂਡ ਕਰ ਦਿਆ ਕਰੋ, ਫਿਰ ਮੈਨੂੰ ਪਤਾ ਰਹਿੰਦਾ ਕਿ ਵੀ ਤੁਸੀਂ ਹੈਗੇ ਹੋ, ਤੁਹਾਡਾ ਧਿਆਨ ਵਿੱਚ ਹੈਗਾ ਬੇਟਾ। ਹੁਣ ਪੁੱਤ ਇੱਥੋਂ ਚੱਲਾ F01 ਜਿਹੜਾ ਵਾ that is the force acting on Q0 by Q1 ਤੇ ਦੋ ਚਾਰਜ ਦੇ ਵਿਚਲੀ ਫੋਰਸ ਜਿਹੜੀ ਹੈ that always given by the Coulomb's law। ਇਹਦਾ ਮਤਲਬ ਆ ਵੀ Coulomb's law ਨਾਲ ਫੋਰਸ ਕੈਲਕੂਲੇਟ ਹੋਈ, ਆ ਵੀ Coulomb's law ਨਾਲ, ਆ ਵੀ Coulomb's law ਨਾਲ, ਤਾਂ ਸਾਰੀਆਂ Coulomb's law ਨਾਲ ਕੈਲਕੂਲੇਟਡ ਫੋਰਸਿਸ ਨੂੰ ਅਸੀਂ ਵੈਕਟਰ ਦੇ ਅਕੋਰਡਿੰਗਲੀ ਐਡ ਕਰ ਦਈਏ ਤੇ ਮੇਰੀ ਟੋਟਲ ਫੋਰਸ ਆ ਜਾਏ। ਹੁਣ ਇਹਨੂੰ ਲਿਖਣਾ ਹੋਵੇ ਤਾਂ ਆਪਾਂ ਇਦਾਂ ਕਹਿ ਦਾਂਗੇ F01 ਇਹਦਾ ਫਾਰਮੂਲਾ K Q0 Q1 ਓਵਰ R ਸਕੁਅਰ, R ਦੇ ਪੈਰ 'ਚ ਨੰਬਰ ਕੀ ਪਾਉਂਗਾ ਜੀ, ਇਹਦੇ ਪੈਰੇਂਥੇਸਿਸ 1 not ਹੈ ਨਾ, ਕਿਉਂਕਿ ਇਹ ਰਿਪਲਸ਼ਨ ਦਾ ਕੇਸ ਆ ਬੇਟਾ, ਤੇ ਰਿਪਲਸ਼ਨ ਦੇ ਕੇਸ 'ਚ ਪੈਰਾਂ 'ਚ ਨੰਬਰ ਆਪਾਂ ਕਿਹਾ ਸੀ ਪੁੱਠੇ ਚੱਲਦੇ ਆ, ਇਸ ਲਈ ਇੱਥੇ 1 not ਚੱਲ ਪਏਗਾ ਮੇਰੇ ਕੋਲ। ਸਿਮਿਲਰਲੀ F02 ਲਿਖ ਲਵਾਂ, ਉਹਦੀ ਵੈਲਿਊ ਵੀ ਇੱਦੀ ਆ ਜਾਏਗੀ K into Q0 Q2 ਓਵਰ R ਸਕੁਅਰ 2 not into R cap 2 not। ਜਿੰਨੀਆਂ ਵੀ ਤੁਹਾਡੀਆਂ ਫੋਰਸਿਸ ਨੇ ਸਾਰਿਆਂ ਦੀ ਆਪਾਂ ਹੁਣ ਵੈਲਿਊ ਜਿਹੜੀ ਉੱਥੇ ਸਬਸਟੀਟਿਊਟ ਜਦੋਂ ਕਰਨੀ ਹੈ ਇੱਥੇ ਇਸ ਇਕੁਏਸ਼ਨ 'ਚ K Q0 H ਵੀ ਆਣਾ, K Q0 H ਵੀ ਆਣਾ, ਸਾਰੀਆਂ ਟਰਮ 'ਚ ਆਣਾ, ਇਹਨੂੰ ਪਹਿਲਾਂ ਹੀ ਕਾਮਨ ਕੱਢ ਦਿੰਦੇ ਆ ਤੇ ਆਪਣਾ ਸਟੈਪ ਬਣ ਜਾਏਗਾ ਜਿਹੜੀ ਟੋਟਲ ਫੋਰਸ ਲਿਖਣ ਲੱਗੇ therefore F0 equal to K Q0 ਬਾਹਰ ਕੱਢ ਲਓ, ਠੀਕ ਹੈ, ਤੇ ਇੱਥੇ ਟਰਮ ਮੇਰੇ ਕੋਲ ਜਿਹੜੀ ਆ ਜਾਏਗੀ Q1 over R square 1 not into R cap 1 not, फर्स्ट टर्म आ जाएगी, सेकंड टर्म आ गई Q2 over R square 2 not into R cap 2 not, सेकंड टर्म आ जाएगी। इधर ही कंटिन्यू करते चलो ते अपने को लास्ट टर्म बन जानी Qn over R square n not into R cap n not। जे इना स्टेप च किते भी किसी नु डाउट है ते एक बारी पहलो ओ बोलो। No,